ਸਤਿ ਸ਼੍ਰੀ ਅਕਾਲ ਜੀ ਸਾਰਿਆਂ ਦਾ ਸਵਾਗਤ ਹੈ ਦੇਸ਼ ਪ੍ਰਦੇਸ਼ ਲਾਈਵ ਪ੍ਰੋਗਰਾਮ ਤੁਸੀਂ ਦੇਖ ਰਹੇ ਹੋ ਤੇ ਮੈਂ ਹਾਂ ਤੁਹਾਡਾ ਨਾਲ ਕਵਿਤਾ ਸਿੰਘ ਤੇ ਨਾਲ ਹੀ ਸਾਡੇ ਅੱਜ ਦੇ ਸਟੱਡੀ ਵੀਜ਼ਾ ਐਕਸਪਰਟ ICCRC ਮੈਂਬਰ ਡਾਕਟਰ ਰਵੀ ਗਰਗ ਪਾਇਨੀਅਰ ਇਮੀਗ੍ਰੇਸ਼ਨ ਤੋਂ ਸਾਡੇ ਨਾਲ। ਹੈਲੋ ਸਰ, ਸਤਿ ਸ਼੍ਰੀ ਅਕਾਲ, ਵੈਲਕਮ ਟੂ ਦਿਸ ਸ਼ੋ। ਕਵਿਤਾ ਜੀ, ਸ਼ੋਅ ਤੇ ਸੱਦਾ ਦੇਣ ਲਈ ਬਹੁਤ ਬਹੁਤ ਧੰਨਵਾਦ ਤੇ ਸਾਰੇ ਦਰਸ਼ਕਾਂ ਨੂੰ ਸਤਿ ਸ਼੍ਰੀ ਅਕਾਲ ਜੀ। ਸੋ ਰਵੀ ਸਰ, ਤੁਹਾਨੂੰ ਵੀ ਪਤਾ ਹੈ ਕਿ ਅੱਜ ਜਿਹੜਾ ਸਾਡਾ ਸਟੂਡੈਂਟ ਹੈ ਜੀ ਕਈ ਸਵਾਲਾਂ ਨੂੰ ਲੈ ਕੇ ਬੈਠਾ ਹੈ, ਫਿਰ ਉਹ ਚਾਹੇ VFS ਓਪਨ ਨੂੰ ਲੈ ਕੇ ਹੈ, ਚਾਹੇ ਮੈਂ ਉਹਨਾਂ ਸਟੂਡੈਂਟਸ ਦੀ ਗੱਲ ਕਰਾਂ ਜਿਨ੍ਹਾਂ ਨੂੰ ਕਿ ਹੁਣ ਪਿਛਲੇ ਟਾਈਮ ਦੇ ਵਿੱਚ ਈਮੇਲ ਆਈਆਂ ਐਮਬੈਸੀ ਦੇ ਵੱਲੋਂ, ਜਿਨ੍ਹਾਂ ਨੂੰ ਲੈਟਰਸ ਜਿਹੜੇ ਹੈਗੇ ਨੇ ਮਿਲੇ ਕਿ ਹਾਂਜੀ ਆਪਣੇ ਜਿਹੜੇ ਕੁਝ ਰਿਕੁਆਇਰਮੈਂਟਸ ਉਹਨਾਂ ਦੇ ਵੱਲੋਂ ਕੀਤੀ ਗਈ ਹੈ, ਉਹਨਾਂ ਦੇ ਬਾਰੇ ਮੈਂ ਜ਼ਰੂਰ ਗੱਲਬਾਤ ਕਰਾਂਗੀ। ਇਸ ਤੋਂ ਇਲਾਵਾ ਐਡਮਿਸ਼ਨ ਜਿਹੜੀ ਹੈਗੀ ਸੈਪਟੈਂਬਰ ਇਨਟੇਕ ਹਾਲੇ ਪੋਸੀਬਲ ਹੈ ਜਾਂ ਫਿਰ ਨਹੀਂ, ਜਾਂ ਫਿਰ ਹੁਣ ਸਟੂਡੈਂਟ ਜਿਹੜੇ ਨੇ ਉਹ ਤਿਆਰੀ ਕਰਨਗੇ 2022 ਜਨਵਰੀ ਇਨਟੇਕ ਦੀ। ਇਸ ਤੋਂ ਇਲਾਵਾ ਹੁਣ 1 ਸਾਲ ਦਾ ਪ੍ਰੋਗਰਾਮ ਹੈ ਜਾਂ 2 ਸਾਲ ਦਾ ਪ੍ਰੋਗਰਾਮ ਹੈ, ਜਾਂ ਫਿਰ ਉਸ ਤੋਂ ਇਲਾਵਾ ਡਿਗਰੀ ਆਪਸ਼ਨ ਕੀ ਤੁਸੀਂ ਸੁਜੈਸਟ ਕਰੋਗੇ ਆਉਣ ਵਾਲੇ ਟਾਈਮ ਨੂੰ ਦੇਖਦੇ ਹੋਇਆ, ਜਾਂ ਜੋ ਸਿਚੁਏਸ਼ਨ ਅੱਜ ਹੈਗੀ ਹੈ ਉਹਨੂੰ ਦੇਖਦੇ ਹੋਏ। ਇਸ ਤੋਂ ਇਲਾਵਾ ਜੀ ਲੋ ਫੀਸ ਵਾਲੇ ਜਿਹੜੇ ਕਾਲਜਸ ਕੀ ਸਾਡੇ ਕੋਲ ਆਪਸ਼ਨ ਦੇ ਵਿੱਚ ਹੈ ਜਾਂ ਫਿਰ ਨਹੀਂ। ਸੋ ਕਈ ਸਵਾਲ ਜਿਨ੍ਹਾਂ ਦੇ ਜਵਾਬ ਅੱਜ ਬਹੁਤ ਜ਼ਰੂਰੀ ਹੋ ਗਏ ਨੇ ਸਾਡੇ ਸਟੂਡੈਂਟਸ ਦੇ ਵਾਸਤੇ। ਤੇ ਸ਼ੁਰੂਆਤ ਮੈਂ ਕਰਾਂਗੀ ਉਹਨਾਂ ਸਟੂਡੈਂਟਸ ਤੋਂ ਜਿਨ੍ਹਾਂ ਨੂੰ ਮੇਲ ਆਈ ਪਿਛਲੇ ਟਾਈਮ ਦੇ ਵਿੱਚ ਕਿ ਹਾਂ ਕੁਝ ਰਿਕੁਆਇਰਮੈਂਟ ਜਿਹੜੀ ਹੈਗੀ ਹੈ ਐਮਬੈਸੀ ਦੇ ਵੱਲੋਂ ਮੰਗੀ ਗਈ ਡਾਕੂਮੈਂਟਸ ਨੂੰ ਲੈ ਕੇ ਕਿ ਤੁਸੀਂ ਡਿਪੋਜ਼ਿਟ ਕਰਾਓ, ਉਹਦੇ ਬਾਰੇ ਕੀ ਕਹਿਣਾ ਸਭ ਤੋਂ ਪਹਿਲੇ? ਬਿਲਕੁਲ, ਕਿਊਬੈਕ ਦੇ ਸਟੂਡੈਂਟਸ ਨੂੰ ਆਈ ਸੀ ਕਵਿਤਾ ਜੀ। ਕਿਊਬੈਕ ਤੋਂ ਬਾਹਰ ਜਿਹੜੇ ਕਾਲਜਸ ਨੇ ਉਹਨਾਂ ਦੇ ਵਿੱਚ ਨਹੀਂ ਆਈ। ਕਿਊਬੈਕ ਦੇ ਜਿਹੜੇ ਖਾਸ ਤੌਰ ਤੇ 10 ਕਾਲਜਸ ਸੀਗੇ ਜਿਨ੍ਹਾਂ ਦਾ ਡਿਸਪਿਊਟ ਪਹਿਲਾਂ ਚੱਲਦਾ ਪਿਆ ਸੀ, CAQ ਪਹਿਲਾਂ ਉਹਨਾਂ ਦਾ ਜਿਹੜਾ ਸਸਪੈਂਡ ਕਰ ਦਿੱਤਾ ਗਿਆ, ਬਾਅਦ ਦੇ ਵਿੱਚ ਕੋਰਟ ਕੇਸ ਰਾਹੀਂ ਉਹਨਾਂ ਨੇ ਦੁਬਾਰਾ ਬਹਾਲ ਕਰ ਲਿਆ ਔਰ CAQ ਜਿਹੜਾ ਦੁਬਾਰਾ ਸ਼ੁਰੂ ਹੋ ਗਿਆ ਸੀਗਾ। ਉਹਨਾਂ ਨੂੰ ਅੰਬੈਸੀ ਵੱਲੋਂ ਰਿਕੁਆਇਰਮੈਂਟ ਦੀ ਈਮੇਲ 3 ਚੀਜ਼ਾਂ, ਨੰਬਰ 1 ਅਪਡੇਟਡ ਸਟੱਡੀ ਪਲਾਨ, ਦੂਸਰਾ ਤੁਹਾਡੀ ਜਿਹੜੀ ਸਟੱਡੀ ਕੈਨੇਡਾ ਵਿੱਚ ਕੌਣ ਸਪਾਂਸਰ ਕਰੇਗਾ ਔਰ ਉਸ ਦੇ ਇਨਕਮ ਦੇ ਪ੍ਰੂਫ ਔਰ ਫਾਈਨੈਂਸ਼ੀਅਲ ਜਿਹੜੇ ਨੇ ਫੰਡਸ ਜਿਹੜੇ ਨੇ ਉਹਨਾਂ ਦੇ ਪ੍ਰੂਫ 6 ਮੰਥ ਓਲਡ, ਔਰ ਤੀਸਰਾ ਜਿਹੜਾ ਹੈਗਾ ਸੀ ਰਿਪਰੈਜ਼ੈਂਟੇਟਿਵ ਫਾਰਮ ਅਪਡੇਟਡ ਜਿਹੜਾ ਤੁਹਾਡੇ ਰਿਪਰੈਜ਼ੈਂਟੇਟਿਵ ਦਾ 5376 IMM। ਸੋ ਇਹ ਜਿਹੜੀ 30 ਦਿਨ ਦਾ ਟਾਈਮ ਦਿੱਤਾ ਗਿਆ ਸੀਗਾ ਔਰ ਜ਼ਿਆਦਾਤਰ ਨੂੰ ਹਫ਼ਤਾ ਦੇ ਕਰੀਬ 10 ਦਿਨ ਦੇ ਕਰੀਬ ਹੋ ਗਿਆ ਹੈਗਾ ਇਹ ਲੈਟਰਸ ਨੂੰ। ਤੇ ਮੇਰੀ ਖਾਸ ਉਹਨਾਂ ਨੂੰ ਇੰਸਟਰਕਸ਼ਨ ਕਿ ਜਲਦੀ ਤੋਂ ਜਲਦੀ ਆਪਾਂ 30 ਦਿਨ ਦੀ ਵੇਟ ਨਹੀਂ ਕਰਨੀ, ਕਿਉਂਕਿ ਸੈਂਕੜਾ ਸਟੂਡੈਂਟਸ ਦੀ ਈਮੇਲਸ ਜਿਹੜੀਆਂ ਆਈਆਂ ਹੋਈਆਂ ਨੇ ਉਹਨਾਂ ਨੂੰ, ਤੇ ਆਪਾਂ ਆਪਣੇ ਕੰਸਲਟੈਂਟ ਨੂੰ ਜਿੰਨੀ ਜਲਦੀ ਦੇਵਾਂਗੇ ਤੇ ਉਸ ਦੀ SOP ਵੀ ਬਣਾਉਣੀ ਹੈ, ਉਸ ਦਾ ਸਾਰੇ ਡਾਕੂਮੈਂਟਸ ਨੂੰ ਅਰੇਂਜ ਕਰਨਾ ਹੈ, ਗੱਲਬਾਤ ਕਰਨੀ ਹੈ, ਡਾਕੂਮੈਂਟਸ ਲੈਣੇ ਨੇ, ਉਸ ਤੋਂ ਬਾਅਦ ਉਸ ਨੂੰ ਲੈਟਰ ਦੇ ਵਿੱਚ ਉਹਦੀ ਸਾਰੀ ਐਕਸਪਲੇਨੇਸ਼ਨ ਦੇਣੀ ਹੈ ਡਿਟੇਲ। ਤੇ ਇਹ ਜਿਹੜਾ ਜਿੰਨੀ ਜਲਦੀ ਦੇ ਦੇਣਗੇ ਉਨੀ ਛੇਤੀ ਅੰਬੈਸੀ ਨੂੰ ਦੇਵਾਂਗੇ ਤੇ ਫਾਇਦਾ ਹੋਏਗਾ ਜੀ। ਜੀ ਅੱਛਾ, VFS ਨੂੰ ਲੈ ਕੇ ਹੁਣ ਕੀ ਅਪਡੇਟ ਹੈਗੀ ਹੈ? VFS ਨੇ ਬਾਇਓਮੈਟ੍ਰਿਕ ਜਿਹੜੇ ਨੇ ਉਹ ਸ਼ੁਰੂ ਕੀਤੇ ਨੇ ਜਾਂ ਫਿਰ ਨਹੀਂ ਕੀਤੇ ਹਾਲੇ? ਬਿਲਕੁਲ, VFS ਖੁੱਲ ਗਏ ਨੇ ਕਵਿਤਾ ਜੀ, ਅੱਛੀ ਖਬਰ ਹੈਗੀ ਹੈ। ਔਰ ਬਾਇਓਮੈਟ੍ਰਿਕਸ ਦਾ ਇੱਕ ਵਾਰੀ ਉਹਨਾਂ ਨੇ ਅਸੀਂ ਉਹਨਾਂ ਦੇ ਜਿਹੜੀ ਵੈਬਸਾਈਟ ਤੇ ਸ਼ੁਰੂ ਕਰ ਪਾਏ ਸੀਗੇ, ਲੇਕਿਨ ਹੋਏ ਨਹੀਂ ਡਿਊ ਟੂ ਸਮ ਟੈਕਨੀਕਲ ਪ੍ਰੋਬਲਮ, ਬੁਕਿੰਗ ਨਹੀਂ ਹੋ ਪਾਈ ਕਿਉਂਕਿ ਉਹ ਮੇਬੀ ਟੈਸਟਿੰਗ ਮੋਡ ਦੇ ਵਿੱਚ ਸੀਗਾ। ਤੇ ਜਲਦੀ ਹੀ ਸ਼ੁਰੂ ਹੋ ਜਾਣਗੇ ਔਰ ਉਸ ਦੇ ਵਿੱਚ ਖਾਸ ਤੌਰ ਤੇ ਇਹ ਸੀਗਾ ਇੱਕ ਇੰਸਟਰਕਸ਼ਨ ਕਿ ਇਹ ਜਿਹੜੀ ਇੱਕ ਡੇਟ ਬੁੱਕ ਕਰ ਦਾਂਗੇ ਉਹ ਦੁਬਾਰਾ ਚੇਂਜ ਨਹੀਂ ਹੋਣੀ, ਜਿਹੜੀ ਤੁਹਾਨੂੰ ਮੋਸਟ ਸੁਟੇਬਲ ਹੈਗੀ ਆ ਉਹੀ ਕਰਨਾ ਔਰ ਉਸ ਤੇ ਤੁਹਾਨੂੰ ਆਉਣਾ ਪਏਗਾ, ਰੀਸਕੇਡਿਊਲ ਦੁਬਾਰਾ ਨਹੀਂ ਹੋਣੀ। ਆਈ ਹੋਪ ਕਿ ਜਲਦੀ ਕੁਝ ਦਿਨਾਂ ਦੇ ਵਿੱਚ ਬਾਇਓਮੈਟ੍ਰਿਕਸ ਵੀ ਸ਼ੁਰੂ ਹੋ ਜਾਣਗੇ ਔਰ ਮੈਡੀਕਲ ਵੀ ਬੰਦ ਨੇ ਫਿਲਹਾਲ। ਔਰ ਕੋਰੋਨਾ ਦੇ ਕੇਸਿਸ ਦੇਖੋ 4 ਲੱਖ ਪਰ ਡੇ ਦੇ ਕਰੀਬ ਸੀਗੇ, ਜਿਹੜੇ ਕਿ ਘਟ ਕੇ ਤਕਰੀਬਨ 60,000 ਪਰ ਡੇ ਤੇ ਆ ਗਏ ਨੇ, ਕਾਫੀ ਘਟ ਗਏ ਨੇ, ਲੇਕਿਨ ਫਿਰ ਵੀ ਕੋਰੋਨਾ ਦੀ ਇਹਤਿਆਤ ਔਰ ਕੇਅਰ ਆਪਾਂ ਨੂੰ ਜ਼ਰੂਰੀ ਹੈਗੀ ਹੈ, ਬਚਾਅ ਜ਼ਰੂਰੀ ਹੈਗਾ, ਪ੍ਰੀਕਾਸ਼ਨਸ ਲੈਣੀਆਂ ਹੈਗੀਆਂ। ਲੇਕਿਨ ਕੇਸਿਸ ਕਾਫੀ ਘਟਣ ਦੇ ਕਾਰਨ ਮੈਡੀਕਲ ਦੁਬਾਰਾ ਖੁੱਲਣ ਦੇ ਬੜੇ ਛੇਤੀ ਜਿਹੜੇ ਖੁੱਲਣ ਦੇ ਚਾਂਸਿਸ ਹੈਗੇ ਨੇ ਜੀ। ਕਿਉਂਕਿ ਮੈਡੀਕਲ ਨੂੰ ਲੈ ਕੇ ਵੀ ਕਈ ਸਵਾਲ ਵੀ, ਹਾਂਜੀ ਸਟੂਡੈਂਟਸ ਦਾ ਮੈਡੀਕਲ ਐਕਸਪਾਇਰ ਹੋ ਚੁੱਕੇ ਨੇ, ਜਾਂ ਫਿਰ ਤੁਹਾਨੂੰ ਵੀ ਯਾਦ ਹੋਏਗਾ ਸਟੂਡੈਂਟਸ ਜਦੋਂ ਫਲਾਈਟਸ ਤੇ ਜਾਣ ਦਾ ਜਦੋਂ ਸਮਾਂ ਆਇਆ ਤੇ ਉਹ ਮੈਡੀਕਲ ਐਕਸਪਾਇਰ ਸੀ, ਦੁਬਾਰਾ ਫਿਰ ਮੈਡੀਕਲ ਕਰਵਾਉਣ ਲੱਗੇ ਬਟ ਉਹਨਾਂ ਨੂੰ ਫਿਰ ਲਾਕਡਾਊਨ ਲੱਗ ਗਿਆ। ਬਟ ਹੁਣ ਮਸਟ ਆਈ ਕੈਨ ਸੇ ਕਿ ਹੁਣ ਦੁਬਾਰਾ ਫਿਰ ਮੌਕਾ ਕਿ ਫਲਾਈਟਸ ਵੀ ਜਲਦੀ ਓਪਨ ਲੱਗਦਾ ਕਿ ਹੋਪ ਕੀਤੀ ਜਾ ਸਕਦੀ ਹੈ। ਦੇਖੋ ਕਵਿਤਾ ਜੀ, 31 ਜੁਲਾਈ ਤੱਕ, ਪਿਛਲੀ ਵਾਰ ਵੀ ਗੱਲ ਕੀਤੀ ਸੀ ਆਪਾਂ, 31 ਜੁਲਾਈ ਤੱਕ ਤੇ ਬੰਦ ਐਕਸਟੈਂਡ ਕਰ ਦਿੱਤੀਆਂ ਸੀਗੀਆਂ, 22 ਜੂਨ ਤੱਕ ਸੀਗੀਆਂ, ਜਿਹੜੇ ਕਿ ਐਕਸਟੈਂਡ ਕਰਕੇ 31 ਜੁਲਾਈ ਤੱਕ ਬੰਦ ਕਰ ਦਿੱਤੀਆਂ ਗਈਆਂ ਨੇ ਡਾਇਰੈਕਟ ਫਲਾਈਟਸ ਇੰਡੀਆ ਟੂ ਕੈਨੇਡਾ। ਮੇ ਵੀ ਕਿਸੇ ਰਾਊਟਿੰਗ ਕੰਟਰੀ ਦੇ ਥਰੂ, ਕਿਸੇ ਹੋਰ ਕੰਟਰੀ ਦੇ ਥਰੂ, ਜਿਹੜਾ ਇਥੋਪੀਆ ਇੱਧਰ ਉੱਧਰ ਦੇ ਹੋਰ ਕੰਟਰੀ ਦੇ ਥਰੂ ਬਾਇਆ ਕਨੈਕਟਿੰਗ ਫਲਾਈਟਸ ਪੋਸੀਬਲ ਹੋਏ, ਲੇਕਿਨ ਉੱਥੇ ਜਿਹੜਾ ਹੈਗਾ ਇੱਕ ਰੂਲ ਹੈਗਾ ਕਿ ਜਿਹੜੇ ਵੀ
ਉਹ ਵਿੱਚ ਦੇ ਕੰਟਰੀਜ਼ ਹੈਗੇ ਨੇ ਜਿਨ੍ਹਾਂ ਦੇ ਵਾਇਆ ਹੋ ਕੇ ਜਾਣਾ ਹੈਗਾ, ਉਹਨਾਂ ਕੰਟਰੀਜ਼ ਤੋਂ ਕੋਵਿਡ ਰਿਪੋਰਟ, ਉਹਨਾਂ ਕੰਟਰੀ ਦੇ ਵਿੱਚ ਕੋਵਿਡ ਰਿਪੋਰਟ ਜਿਹੜੀ ਹੈ ਵਿਦਿਨ 72 ਆਵਰਸ ਪਿਛਲੇ ਜਿਹੜੇ ਹੈ 72 ਘੰਟੇ ਦੇ ਵਿੱਚ ਉਹ ਜ਼ਰੂਰੀ ਹੈਗੀ ਹੈ, ਜਿਸ ਦੇ ਕਰਕੇ ਉਸ ਨੂੰ ਟਾਈਮ 1 ਦਿਨ 1.5 ਦਿਨ ਦਾ ਲੱਗ ਜਾਂਦਾ ਤੇ ਐਟਲੀਸਟ 2 ਡੇਜ਼ ਦਾ ਸਟੇ ਉੱਥੇ ਲਾਜ਼ਮੀ ਹੋਏਗਾ। ਸੋ ਉਸ ਦੇ ਵਿੱਚ ਖਰਚੇ ਵੀ ਵਧਣਗੇ, ਪਰੇਸ਼ਾਨੀ ਵੀ ਵਧੇਗੀ। ਸੋ ਮੈਂ ਸਮਝਦਾ ਜਿਹੜੇ ਵੇਟ ਕਰ ਸਕਦੇ, ਜ਼ਿਆਦਾਤਰ ਜਿਹੜੇ ਸੈਪਟੰਬਰ ਇਨਟੇਕ ਦੇ ਸਟੂਡੈਂਟਸ ਨੇ ਉਹ ਅਗਸਤ ਦੇ ਵਿੱਚ ਜਾ ਸਕਦੇ ਨੇ ਤੇ 31 ਜੁਲਾਈ ਤੱਕ ਵੇਟ ਕਰ ਲੈਣੀ ਚਾਹੀਦੀ ਹੈ। ਅੱਛਾ, ਫਿਰ ਦੇਖੋ ਬਾਇਓਮੈਟ੍ਰਿਕ ਹੈ ਚਾਹੇ ਮੈਡੀਕਲ ਹੈ, ਮੈਂ ਉਹਨਾਂ ਗੱਲਾਂ ਦੀ ਗੱਲ ਕਰ ਰਹੀ ਹਾਂ, ਉਹਨਾਂ ਚੀਜ਼ਾਂ ਦੀ ਜਿਹੜੇ ਕਿ ਰਿਲੇਟਡ ਹੈਗੇ ਨੇ ਸਟੱਡੀ ਵੀਜ਼ਾ ਦੇ ਨਾਲ, ਤੇ ਉਹਨਾਂ ਦੇ ਵਿੱਚੋਂ ਇੱਕ ਹੈ ਹੁਣ ਕਿ ਆਇਲਸ ਸੈਂਟਰ ਖੁੱਲੇ ਜਾਂ ਫਿਰ ਨਹੀਂ, ਬਿਕਾਜ਼ ਸਟੂਡੈਂਟਸ ਨੇ ਐਗਜ਼ਾਮ ਵੀ ਦੇਣੇ ਨੇ। ਹੁਣ ਜਿੱਦਾਂ 12th ਦੇ ਵੀ ਰਿਜ਼ਲਟਸ ਆਏ ਨੇ, ਸਟੂਡੈਂਟਸ ਨੇ ਆਪਣੇ ਜਿਹੜੇ ਹੈਗੇ ਕਲੀਅਰ ਕੀਤੇ ਨੇ, ਉਹਨਾਂ ਨੇ ਵੀ ਅਪਲਾਈ ਕਰਨਾ, ਬਟ ਵਿਦਾਊਟ ਆਇਲਸ ਜਾਂ ਫਿਰ ਵਿਦਾਊਟ, ਅਗਰ ਸਾਡੇ ਕੋਲੇ 12ਵੀਂ ਦਾ ਰਿਜ਼ਲਟ ਨਹੀਂ ਹੈ, ਪੋਸੀਬਲ ਹੋ ਪਾਏਗਾ ਇਸ ਵਾਰੀ ਸਟੂਡੈਂਟਸ ਦੇ ਵਾਸਤੇ ਐਡਮਿਸ਼ਨ ਲੈਣਾ? ਬਿਲਕੁਲ, ਦੇਖੋ ਇੱਕ ਤਾਂ ਕਵਿਤਾ ਜੀ ਜਿਹੜੇ ਆਈਲੈਟਸ ਸੈਂਟਰਸ ਨੇ, ਕੱਲ ਨਵੀਆਂ ਇੰਸਟਰਕਸ਼ਨਸ ਆਈਆਂ ਨੇ ਪੰਜਾਬ ਦੇ ਵਿੱਚ, ਖਾਸ ਤੌਰ ਤੇ ਲੋਕਡਾਊਨ ਕਾਫੀ ਖੁੱਲਿਆ ਹੈਗਾ, ਔਰ ਲੇਕਿਨ ਅਨਫੋਰਚੂਨੇਟਲੀ ਆਈਲੈਟਸ ਸੈਂਟਰਸ ਨੂੰ ਖੁੱਲਣ ਦੀ ਹਾਲੇ ਇਜਾਜ਼ਤ ਨਹੀਂ ਦਿੱਤੀ ਗਈ ਹੈਗੀ। ਆਈਲੈਟਸ ਸੈਂਟਰਸ ਹਾਲੇ ਵੀ ਬੰਦ ਨੇ, ਕਾਫੀ ਚਿਰ ਤੋਂ 2-3 ਮਹੀਨੇ ਦੇ ਕਰੀਬ ਹੋ ਚੱਲੇ ਨੇ ਬੰਦ ਨੇ, ਅਨਫੋਰਚੂਨੇਟ। ਲੇਕਿਨ ਆਈਲੈਟਸ ਦੀਆਂ ਡੇਟਸ ਮਿਲਦੀਆਂ ਪਈਆਂ ਨੇ ਔਰ ਆਈਲੈਟਸ ਦਾ ਟੈਸਟ ਹੋਣਾ ਸ਼ੁਰੂ ਹੋ ਗਿਆ ਹੈਗਾ ਲਿਮਿਟਡ ਨੰਬਰਸ ਦੇ ਨਾਲ। ਤੋਂ ਬੁਕਿੰਗ ਜਿਹੜੀ ਹੈ ਸਟੂਡੈਂਟ ਜਿਹੜੇ ਆਈਲੈਟ ਦੇਣਾ ਚਾਹੁੰਦੇ ਨੇ ਕਰ ਸਕਦੇ ਨੇ, ਔਰ ਉਹੀ ਕਿ ਭਾਵੇਂ ਆਪਣੇ ਆਪ ਤਿਆਰੀ ਕਰ ਲੈਣ ਆਨਲਾਈਨ ਮਟੀਰੀਅਲ ਦੇ ਨਾਲ ਜਾਂ ਕਿਤਾਬਾਂ ਦੇ ਨਾਲ, ਚਾਹੇ ਜਿਹੜੇ ਕਈ ਬਹੁਤ ਸਾਰੇ ਇੰਸਟੀਟਿਊਸ਼ਨਸ ਆਨਲਾਈਨ ਪ੍ਰੈਪਰੇਸ਼ਨਸ ਕਰਾ ਰਹੇ ਨੇ, ਸੋ ਉਹਨਾਂ ਦੀ ਹੈਲਪ ਲੈ ਕੇ, ਥੋੜੇ ਜਿਹੇ ਪੈਸਿਆਂ ਨਾਲ ਆਨਲਾਈਨ ਪ੍ਰੈਪਰੇਸ਼ਨਸ ਦੀ ਹੈਲਪ ਲੈ ਕੇ ਵੀ ਤਿਆਰੀ ਕਰਕੇ ਆਪਾਂ ਆਈਲੈਟਸ ਦੀ ਟੈਸਟ ਦੇ ਸਕਦੇ ਹੈਗੇ ਆ। ਕਿਉਂਕਿ ਉਸ ਦੇ ਵਿੱਚ ਇੱਕ ਧਿਆਨ ਦੇਣ ਵਾਲੀ ਗੱਲ ਇਹ ਹੈ ਵੀ ਬੱਚਿਆਂ ਨੂੰ ਹੁੰਦੇ ਤਾਂ ਹੈ ਕਿ ਫੋਬੀਆ ਹੁੰਦਾ ਹੈ, ਡਰ ਹੁੰਦਾ ਹੈ ਕਿ ਮੈਂ ਚੰਗੀ ਤਰ੍ਹਾਂ ਤਿਆਰੀ ਕਰ ਲਾਂ, ਲੇਕਿਨ ਖਾਸ ਤੌਰ ਤੇ ਜਿਹੜੇ CBSE ICSE ਵਗੈਰਾ ਦੇ ਜਿਹੜੇ ਨੇ ਜਿਨ੍ਹਾਂ ਦੀ ਇੰਗਲਿਸ਼ ਚੰਗੀ ਹੈਗੀ ਹੈ, ਤੇ ਕੈਨੇਡਾ ਦੇ ਵਿੱਚ ਮੈਕਸਿਮਮ ਰਿਕੁਆਇਰਮੈਂਟ ਜਿਹੜੀ ਹੈ ਜ਼ਿਆਦਾ ਜਿਹੜੀ ਹੈਗੀ ਹੈ 6.5 not less than 6, ਜਿਹੜੀ ਆਮ ਤੌਰ ਤੇ CBSE ਵਾਲੇ ਸਟੂਡੈਂਟਸ ਨੂੰ ਲੈਣੀ ਕੋਈ ਬਹੁਤੀ ਔਖੀ ਨਹੀਂ ਹੁੰਦੀ। ਉਹ ਸੈਕੰਡਰੀ ਪ੍ਰੋਗਰਾਮ ਵਾਸਤੇ ਜਿਹੜੇ 12ਵੀਂ ਵਾਲੇ ਬੱਚਿਆਂ ਵਾਸਤੇ ਖਾਸ ਤੌਰ ਤੇ ਔਰ ਈਵਨ ਗ੍ਰੈਜੂਏਟਸ ਵਾਸਤੇ ਓਵਰਆਲ 6 not less than 5.5 ਚਾਹੀਦੇ ਨੇ, ਉਹ ਵੀ ਕੋਈ ਔਖੇ ਨਹੀਂ ਹੈਗੇ। ਸੋ ਇੱਕ ਵਾਰੀ ਸਟੂਡੈਂਟਸ ਨੂੰ ਆਪਣੇ ਆਪ ਜਿਹੜੀ ਹੈ ਇੰਟਰਨੈਟ ਤੋਂ ਜਾਂ ਆਨਲਾਈਨ ਕੋਚਿੰਗ ਤੋਂ ਜਿਹੜੀ ਕੋਚਿੰਗ ਲੈ ਕੇ ਔਰ ਟੈਸਟ ਦੇ ਲੈਣਾ ਚਾਹੀਦਾ ਹੈਗਾ। ਅਗਰ ਬੈਂਡਸ ਘਟਣਗੇ ਤਾਂ ਡੈਫੀਨਿਟਲੀ ਆਉਣ ਵਾਲੇ ਟਾਈਮ ਜਦੋਂ ਕੋਚਿੰਗ ਸੈਂਟਰ ਖੁੱਲਣਗੇ ਤੇ ਫਿਰ ਉਹ ਜਿਹੜਾ ਪਰਸਨਲ ਕੋਚਿੰਗ ਲੈ ਕੇ ਕਰ ਸਕਦੇ ਨੇ। ਔਰ CBSE ਦਾ ਜਿਹੜਾ ਰਿਜ਼ਲਟ ਸੀਗਾ ਉਹ ਐਗਜ਼ਾਮ ਕੈਂਸਲ ਕਰ ਦਿੱਤੇ ਗਏ ਸੀਗੇ। ਰਿਜ਼ਲਟ ਛੇਤੀ ਆਉਣ ਦੀ ਸੰਭਾਵਨਾ ਹੈਗੀ ਹੈ, ਕੋਈ ਨਵੀਂ ਪਾਲਿਸੀ ਉਹਨਾਂ ਨੇ ਬਣਾਈ ਆ ਉਸ ਦੇ ਆਧਾਰ ਤੇ ਔਰ ਉਹਨਾਂ ਦੇ ਰਿਜ਼ਲਟਸ ਡਿਕਲੇਅਰ ਕਰਨਗੇ, ਲੇਕਿਨ ਹਾਲੇ ਨਹੀਂ ਆਏ ਹੈਗੇ ਆ। ਤੇ ਦੇਖੋ, ਜਾਂ ਤਾਂ ਜਿਨ੍ਹਾਂ ਦੇ ਆਈਲੈਟਸ ਕਰ ਚੁੱਕੇ ਨੇ ਰਿਜ਼ਲਟ ਨਹੀਂ ਆਏ, ਜਾਂ ਫਿਰ ਜਦੋਂ ਰਿਜ਼ਲਟ ਆ ਜਾਣਗੇ ਆਈਲੈਟਸ ਨਹੀਂ ਹੋਏਗੀ, ਫਿਰ ਵੀ ਇੱਕ ਚੀਜ਼ ਚਾਹੀਦੀ ਹੈਗੀ ਹੈ ਔਰ ਅਲੱਗ-ਅਲੱਗ ਕਾਲਜਿਸ ਦੀ ਅਲੱਗ-ਅਲੱਗ ਪਾਲਿਸੀ, ਇੱਕ ਚੀਜ਼ ਜ਼ਰੂਰ ਚਾਹੀਦੀ ਹੈ, ਆਈਲੈਟਸ ਜਾਂ ਰਿਜ਼ਲਟ ਇੱਕ ਚੀਜ਼ ਹੋਏਗੀ ਤੇ ਫਿਰ ਆਪਾਂ ਕੰਡੀਸ਼ਨਲ ਆਫਰ ਲੈਟਰ ਵਾਸਤੇ ਅਪਲਾਈ ਕਰ ਸਕਦੇ ਹਾਂ। ਟਾਈਮ ਬਚ ਜਾਏਗਾ ਆਪਣਾ ਜਨਵਰੀ ਇਨਟੇਕ ਵਾਸਤੇ, ਔਰ ਆਫ ਕੋਰਸ ਦੋਨੋਂ ਚੀਜ਼ਾਂ ਹੋਣਗੀਆਂ ਫਿਰ ਤਾਂ ਕੋਈ ਪ੍ਰੋਬਲਮ ਹੀ ਨਹੀਂ ਹੈਗੀ। ਲੇਕਿਨ ਇੱਕ ਚੀਜ਼ ਹੈਗੀ ਹੈ ਕਿ ਬੜੇ ਸਾਰੇ ਕਾਲਜਿਸ ਯੂਨੀਵਰਸਿਟੀਜ਼ ਦੇ ਵਿੱਚ ਅਸੀਂ ਚਾਹੇ ਦੋਨੋਂ ਚੀਜ਼ਾਂ ਜਾਂ ਇੱਕ ਚੀਜ਼ ਹਾਲੇ ਆਈ ਨਹੀਂ, ਲੇਕਿਨ ਆਨਲਾਈਨ ਅਪਲਾਈ ਕਰ ਸਕਦੇ ਹੈਗੇ ਆ। ਆਨਲਾਈਨ ਆਪਾਂ ਸਾਰੀ ਇਨਫੋਰਮੇਸ਼ਨ ਭਰਨੀ ਹੈਗੀ ਹੈ ਔਰ ਡਾਕੂਮੈਂਟਸ ਜਿਹੜੇ ਨੇ 5-7 10-15 ਦਿਨ ਬਾਅਦ ਦੇਣੇ ਹੁੰਦੇ ਨੇ, ਔਰ ਉਹ ਟਾਈਮ ਆਪਣਾ ਬਚ ਜਾਂਦਾ ਹੈਗਾ ਕਿ ਆਪਣੀ ਐਪਲੀਕੇਸ਼ਨ ਕਿਊ ਦੇ ਵਿੱਚ ਮਤਲਬ ਲਾਈਨ ਦੇ ਵਿੱਚ ਲੱਗ ਜਾਂਦੀ ਹੈਗੀ ਹੈ ਔਰ ਆਪਾਂ ਨੂੰ ਪ੍ਰਾਇੋਰਟੀ ਮਿਲ ਜਾਂਦੀ ਹੈਗੀ ਆ। ਇਹ ਨਾ ਹੋਵੇ ਕਿ 15 ਦਿਨ ਬਾਅਦ ਅਪਲਾਈ ਕਰੀਏ ਤੇ ਸੀਟ ਨਾ ਮਿਲੇ। ਸੋ ਇਹਨਾਂ ਚੀਜ਼ਾਂ ਦਾ ਫਾਇਦਾ ਲਿੱਤਾ ਜਾ ਸਕਦਾ ਹੈ ਜੀ। ਸੋ ਅੱਛਾ, ਸੈਪਟੰਬਰ ਇਨਟੇਕ ਦੀ ਗੱਲ ਵੀ ਮੈਂ ਜ਼ਰੂਰ ਕਰਾਂਗੀ ਹੁਣ, ਕਿਉਂਕਿ ਕਾਫੀ ਵੱਡਾ ਇਨਟੇਕ ਜਿਹੜਾ ਹਮੇਸ਼ਾ ਹੀ ਅਸੀਂ ਕਾਊਂਟ ਕਰਦੇ ਹਾਂ ਸੈਪਟੰਬਰ ਇਨਟੇਕ ਨੂੰ, ਸਪੈਸ਼ਲੀ ਫॉर ਕੈਨੇਡਾ ਅਗਰ ਮੈਂ ਗੱਲ ਕਰਾਂ। ਹੁਣ ਸੀਟਸ ਅਵੇਲੇਬਲ ਹੈਗੀਆਂ ਨੇ, ਅਗਰ ਕਿਸੇ ਸਟੂਡੈਂਟਸ ਦੀ ਐਨੀ ਕੇਸ ਕੋਈ ਰਹਿ ਗਿਆ ਹੋਵੇ, ਐਡਮਿਸ਼ਨ ਲੈਣੀ ਹੋਏ ਤੇ ਮਿਲਣ ਦੇ ਚਾਂਸਸ ਹੈ ਐਡਮਿਸ਼ਨ? ਬਿਲਕੁਲ ਕਵਿਤਾ ਜੀ, ਕਈ ਕਾਲਜਿਸ ਦੇ ਵਿੱਚ ਜਾਰਜੀਅਨ ਕਾਲਜ ਹੈਗਾ ਤੇ ਹੋਰ ਕਈ ਕਾਲਜਿਸ ਹੈਗੇ ਨੇ ਜਿਨ੍ਹਾਂ ਦੇ ਵਿੱਚ ਹੁਣ ਵੀ ਸੀਟਾਂ ਹੈਗੀਆਂ ਨੇ ਔਰ ਸੈਪਟੰਬਰ ਇਨਟੇਕ ਨਿਪਿਸ਼ਿੰਗ ਯੂਨੀਵਰਸਿਟੀ ਹੈਗੀ ਹੈ ਔਰ ਇਹ ਇਹਨਾਂ ਕਈ ਥਾਂ ਤੇ ਕਈ ਕਾਲਜਿਸ ਦੇ ਵਿੱਚ ਹਾਲੇ ਵੀ ਸੈਪਟੰਬਰ ਇਨਟੇਕ ਵਾਸਤੇ ਐਡਮਿਸ਼ਨਸ ਚਲਦੀਆਂ ਪਈਆਂ ਨੇ ਔਰ ਅਪਲਾਈ ਕਰਕੇ ਛੇਤੀ ਆਫਰ ਲੈਟਰ ਲੈ ਕੇ, ਔਰ ਉਹੀ ਅਗੇਨ ਕਿ GIC ਅਕਾਊਂਟ ਜਦੋਂ ਕਾਲਜ ਦੇ ਵਿੱਚ ਅਪਲਾਈ ਕਰਨਾ ਨਾਲ ਦੀ ਨਾਲ ਖੋਲ ਲੈਣਾ ਹੈਗਾ। ਨਾਲ ਦੀ ਨਾਲ 1-2 ਦਿਨ ਦੇ ਵਿੱਚ GIC ਅਕਾਊਂਟ ਦੀ ਇਨਫੋਰਮੇਸ਼ਨ ਆਉਣ ਦੀ ਡਿਟੇਲ ਆਏਗੀ ਤੇ ਨਾਲ ਦੀ ਨਾਲ ਬੈਂਕ ਤੋਂ GIC ਦੀ ਪੇਮੈਂਟ ਫੀਸ ਭਰ ਦੇਣੀ ਹੈਗੀ ਤਾਂ ਕਿ
4-5 दिन ਦੇ ਵਿੱਚ GIC ਸਰਟੀਫਿਕੇਟ ਆਉਣ ਵਾਲਾ ਬਣੇਗਾ ਔਰ ਇਹਨਾਂ ਨੂੰ ਆਫਰ ਲੈਟਰ ਆਏਗੀ, ਫੀਸ ਵੀ ਭਰ ਦੇਣੀ ਹੈ ਔਰ ਧਿਆਨ ਦੇਣਾ ਹੈਗਾ ਕਿ ਕਾਲਜ ਦੀ ਫੀਸ ਰਿਸੀਵ ਦੀ ਵੇਟ ਕਰਨ ਦੀ ਜ਼ਰੂਰਤ ਨਹੀਂ ਹੈਗੀ। ਆਪਾਂ ਜਿਹੜੀ TT ਡਿਟੇਲ ਹੁੰਦੀ ਹੈ ਬੈਂਕ ਦੁਆਰਾ, ਬੈਂਕ ਤੋਂ ਦਿੱਤੀ ਜਾਂਦੀ ਜਿਹੜੀ ਫੀਸ ਰਿਸੀਵ ਜਿਹੜੀ ਹੈ ਉਸ ਦੇ ਨਾਲ ਹੀ ਐਮਬੈਸੀ ਦੇ ਵਿੱਚ ਆਪਾਂ ਫਾਈਲ ਲਾ ਸਕਦੇ ਹਾਂ। ਮੈਡੀਕਲ ਤੋਂ ਬਗੈਰ ਔਰ ਬਾਇਓਮੈਟ੍ਰਿਕਸ ਤੋਂ ਬਗੈਰ ਵੀ ਆਪਾਂ ਫਾਈਲ ਲਾ ਸਕਦੇ ਹਾਂ ਔਰ ਜਿੱਦਾਂ ਹੀ ਮੈਡੀਕਲ ਖੁੱਲਣਗੇ ਮੈਡੀਕਲ ਔਰ ਜਿੱਦਾਂ ਹੀ BFS ਖੁੱਲ ਕੇ ਬਾਇਓਮੈਟ੍ਰਿਕਸ ਹੋਣਗੇ ਬਾਇਓਮੈਟ੍ਰਿਕਸ ਕਰਵਾ ਕੇ ਆਪਾਂ ਐਮਬੈਸੀ ਨੂੰ ਅਪਡੇਟ ਕਰ ਦੇਵਾਂਗੇ ਜੀ। ਤੇ ਸਤੰਬਰ ਵਾਸਤੇ ਹਲੇ ਹੈਗੇ ਨੇ ਚਾਂਸਸ ਆਫ ਕੋਰਸ, ਕਿਸੇ ਕਾਲਜ ਕਿਸੇ ਥਾਂ ਤੇ ਹੈਗੀ, ਡਿਪੈਂਡ ਕਰਦਾ ਤੁਹਾਡੀ ਚੁਆਇਸ ਕੀ ਹੈ। ਅਗਰ ਉਹ ਉਸ ਥਾਂ ਤੇ ਮਿਲਦੇ ਨੇ ਤੇ ਕਰ ਲੈਣਾ ਚਾਹੀਦਾ, ਕੋਈ ਹਰਜ ਨਹੀਂ। ਇੱਕ ਚੀਜ਼ ਹੋਰ ਜਿਹੜਾ ਕਿ ਤੁਹਾਨੂੰ ਯਾਦ ਹੋਣਾ ਕਿ ਐਮਬੈਸੀ ਨੇ ਕਿ ਅਸੀਂ ਕੋਸ਼ਿਸ਼ ਕਰੋ ਕਿ 15 ਮਈ ਤੱਕ ਜਿਹੜੀਆਂ ਤੁਹਾਡੀਆਂ ਫਾਈਲਾਂ ਲੱਗ ਜਾਣ, ਲੇਕਿਨ ਇਹ ਕਿਹਾ ਸੀ ਕਿ ਉਸ ਤੋਂ ਬਾਅਦ ਦੀਆਂ ਫਾਈਲਾਂ ਨੂੰ ਵੀ ਅਸੀਂ ਚੱਕਦੇ ਰਵਾਂਗੇ, ਅਸੀਂ ਲਵਾਂਗੇ ਔਰ ਉਹਨਾਂ ਦੇ ਰਿਜ਼ਲਟਸ ਵੀ ਦੇਵਾਂਗੇ। ਲੇਕਿਨ ਬਾਈ ਚਾਂਸ ਮੇਰੇ ਵੱਲੋਂ ਇਹ ਇੰਸਟਰਕਸ਼ਨ ਕਿ ਅਗਰ ਬਾਈ ਦ ਵੇ ਲੇਟ ਹੁੰਦਾ ਹੈ, ਅਗਰ ਰਿਜ਼ਲਟ ਨਹੀਂ ਆਉਂਦਾ ਸਤੰਬਰ ਦਾ, ਤੇ ਵੱਧ ਤੋਂ ਵੱਧ ਜਿਨ੍ਹਾਂ ਦੇ ਆ ਜਾਣਗੇ ਵਧੀਆ, ਜਿਨ੍ਹਾਂ ਦੇ ਨਹੀਂ ਆ ਪਾਉਣਗੇ ਉਹਨਾਂ ਨੂੰ ਜਨਵਰੀ ਇਨਟੇਕ ਦੇ ਵਿੱਚ ਆਪਾਂ ਡੈਫਰਮੈਂਟ ਕਰਵਾ ਕੇ ਨਵੀਂ ਆਫਰ ਲੈਟਰ ਐਮਬੈਸੀ ਨੂੰ ਭੇਜ ਦਾਂਗੇ। ਕੋਈ ਚਿੰਤਾ ਕਰਨ ਦੀ ਜ਼ਰੂਰਤ ਨਹੀਂ, ਲੇਕਿਨ ਆਪਣੀ ਫਾਈਲ ਆਲਰੇਡੀ ਲੱਗੀ ਹੋਏਗੀ ਤੇ ਆਪਾਂ ਨੂੰ ਫਾਇਦਾ ਹੋਏਗਾ ਜੀ। ਜੀ ਅੱਛਾ, ਜਨਵਰੀ ਦੀਆਂ ਵੈਸੇ ਚੱਲ ਰਹੀਆਂ ਨੇ ਐਡਮਿਸ਼ਨਸ ਜਨਵਰੀ ਵਾਸਤੇ ਵੀ? ਜਿਹੜੇ ਕਾਲਜਿਸ ਦੇ ਵਿੱਚ ਜਿਹੜੀ ਆ ਅੱਜ ਤੋਂ 2 ਮਹੀਨੇ ਪਹਿਲਾਂ ਹੀ ਸਤੰਬਰ ਦੀਆਂ ਸੀਟਾਂ ਖਤਮ ਹੋਣ ਲੱਗੀਆਂ ਸੀਗੀਆਂ ਤੇ ਉਹ ਜਿਹੜੇ ਕਾਲਜਿਸ ਸਤੰਬਰ ਵਾਸਤੇ ਖਤਮ ਹੁੰਦੀਆਂ ਨੇ ਸੀਟਾਂ, ਨਾਲ ਹੀ ਉਹ ਜਨਵਰੀ ਦੀ ਐਡਮਿਸ਼ਨ ਸ਼ੁਰੂ ਕਰ ਦਿੰਦੇ ਨੇ। ਸੋ ਦੈਟ ਮੀਨਸ ਕਿ 2 ਮਹੀਨੇ ਪਹਿਲਾਂ ਤੋਂ ਹੀ ਅਲੱਗ-ਅਲੱਗ ਕਾਲਜਿਸ ਦੀ, ਕਿਸੇ ਕਾਲਜ ਦੀ 2 ਮਹੀਨੇ ਪਹਿਲਾਂ, ਕਿਸੇ ਦੀ 1.5 ਮਹੀਨੇ ਪਹਿਲਾਂ ਸ਼ੁਰੂ ਹੋ ਕੇ ਜਨਵਰੀ ਦੇ ਮੋਸਟ ਕਾਲਜਿਸ ਦੀ ਐਡਮਿਸ਼ਨਸ ਇਸ ਵਕਤ ਚਲਦੀਆਂ ਪਈਆਂ ਨੇ ਔਰ ਕਈ ਕਾਲਜਿਸ ਦੇ ਕਈ ਕੋਰਸਿਸ ਇਸ ਵਕਤ ਫੁੱਲ ਵੀ ਹੋ ਚੁੱਕੇ ਨੇ। ਸੋ ਇਸ ਕਰਕੇ ਛੇਤੀ ਅਪਲਾਈ ਕਰ ਲੈਣਾ ਚਾਹੀਦਾ ਹੈ। ਆਫ ਕੋਰਸ ਤੁਹਾਡਾ ਜਿਹੜਾ ਆਫ ਕੋਰਸ ਆਪਣਾ ਬਿਲਕੁਲ ਧਿਆਨ ਦੇ ਕੇ ਸਾਰੀਆਂ ਗੱਲਾਂ ਦਾ ਧਿਆਨ ਦੇਣਾ ਹੈ। ਅੱਜ ਵੀ ਇੱਕ ਸਟੂਡੈਂਟ ਸੀਗਾ ਜਿਸ ਦਿਨ ਮੇਰੀ ਗੱਲ ਹੋਈ ਤੇ ਉਹਨੇ 2 ਕਾਲਜਿਸ 'ਚ ਅਪਲਾਈ ਕੀਤਾ। ਲੈਂਪਟਨ ਕਾਲਜ ਦੀ ਆਫਰ ਲੈਟਰ ਉਸਦੇ ਕੋਲ ਆਈ ਹੋਈ ਸੀਗੀ। ਉਹ ਕਹਿੰਦੇ ਜੀ 1 ਸਾਲ ਦੇ ਕੋਰਸ ਵਿੱਚ ਜਾਣਾ ਤੇ ਮੈਂ ਉਹਨਾਂ ਨੂੰ ਕਿਹਾ ਕਿ PR ਡਿਫਿਕਲਟ ਹੋਏਗੀ, ਤੁਸੀਂ 1 ਸਾਲ ਦੇ ਕੋਰਸ ਵਿੱਚ ਕਿਉਂ ਜਾਣਾ ਚਾਹੁੰਦੇ ਹੋ? ਤੁਹਾਡੇ ਕੋਲ ਤਾਂ 2 ਸਾਲ ਦਾ ਲੈਂਪਟਨ ਜਿਹੜਾ ਪ੍ਰੈਫਰਡ ਕਾਲਜ ਹੈਗਾ, ਜਿਸ ਦੇ ਵਿੱਚ 3+1 ਦਾ ਮਤਲਬ ਇਹ ਕਿ 3 ਸਮੈਸਟਰ ਦੀ ਫੀਸ ਦੇਣੀ ਹੈ, ਚੌਥੇ ਸਮੈਸਟਰ ਦੀ ਫੀਸ ਨਹੀਂ ਦੇਣੀ। ਔਰ ਚੌਥਾ ਸਮੈਸਟਰ ਜਿਹੜਾ ਹੈਗਾ ਉਹ ਜਿਹੜਾ ਹੈ ਇਨ ਕਲਾਸ ਸਟੱਡੀ ਨਹੀਂ ਹੋਣੀ, ਇੰਟਰਨਸ਼ਿਪ ਹੋਣੀ ਹੈ ਔਰ ਜ਼ਿਆਦਾਤਰ ਪੇਡ ਹੋਏਗੀ। ਸੋ ਬਹੁਤ ਫਾਇਦੇ ਵਾਲੀ ਗੱਲ ਹੈ। ਮਤਲਬ ਕਿ ਜਿੱਥੇ 2 ਸਾਲਾਂ ਦੇ ਕੋਰਸ ਦੀ ਫੀਸ ਬਾਕੀ ਕਾਲਜਾਂ ਦੇ ਵਿੱਚ $32,000 ਦੇ ਕਰੀਬ ਹੈ ਔਰ ਲੈਂਪਟਨ ਕਾਲਜ ਦੀ ਜਿਹੜੀ ਫੀਸ ਸੀਗੀ $25,000। ਸੋ ਫਾਇਦੇ ਬਹੁਤ ਸੀਗੇ। ਉਹ ਕਹਿੰਦੇ ਕਿ ਰਿਸ਼ਤੇਦਾਰ ਕੋਈ ਹੈਗੇ ਨੇ ਉੱਥੇ, ਦੇ ਵਿਲ ਹੈਲਪ ਕਿ PR ਜਿਹੜੀ ਹੈ 1 ਸਾਲ ਦੇ ਕੋਰਸ ਤੋਂ ਬਾਅਦ ਇਹ PR ਕਰਾਉਣ ਦੇ ਵਿੱਚ ਹੈਲਪ ਕਰਨਗੇ। ਲੇਕਿਨ ਉਹਨਾਂ ਦਾ ਦੇਖਣ ਵਾਲੀ ਗੱਲ ਹੈ 1 ਸਾਲ ਤੋਂ ਬਾਅਦ 1 ਸਾਲ ਦਾ ਵਰਕ ਪਰਮਿਟ ਮਿਲੇਗਾ, 2 ਸਾਲ ਦੇ ਕੋਰਸ ਤੋਂ ਬਾਅਦ 3 ਸਾਲ ਦਾ ਵਰਕ ਪਰਮਿਟ ਮਿਲੇਗਾ ਔਰ ਕੋਰਸ 2 ਸਾਲ ਦਾ, ਲੇਕਿਨ 1.5 ਸਾਲ ਪੜ੍ਹਾਈ ਕਰਨੀ ਦਾ ਮਤਲਬ 4 ਮਹੀਨੇ ਦੇ 3 ਸਮੈਸਟਰ ਲਾਣੇ ਆ। ਚੌਥਾ ਸਮੈਸਟਰ ਪੜ੍ਹਨਾ ਵੀ ਨਹੀਂ ਹੈਗਾ, ਫੀਸ ਵੀ ਨਹੀਂ ਦੇਣੀ। ਸੋ ਇੰਨੀ ਫੈਸਿਲਿਟੀਜ਼ ਦੇ ਨਾਲ ਇਹ ਜਿਹੜੀ 16 ਮਹੀਨੇ ਦਾ ਕੋਰਸ ਹੈਗਾ ਜਿਹੜਾ ਕਿ 2 ਸਾਲ ਦਾ ਮੰਨਿਆ ਜਾਂਦਾ, ਉਸ ਦੇ ਨਾਲ 3 ਸਾਲ ਦਾ ਵਰਕ ਪਰਮਿਟ ਮਿਲੇਗਾ ਤੇ ਕਿਉਂ ਨਾ ਇਹਨਾਂ ਚੀਜ਼ਾਂ ਦਾ ਫਾਇਦਾ ਚੁੱਕੇ ਜਾਏ। ਲੇਕਿਨ ਔਰ ਇਹ ਜਿਹੜੇ ਸਟੂਡੈਂਟਸ ਜਿਹੜੇ ਨੈਚੁਰਲੀ ਥੋੜੀ ਬਹੁਤ ਨੌਲੇਜ ਹੁੰਦੀ ਹੈ ਔਰ ਉਹ ਥੋੜੇ, ਮੈਂ ਸਮਝਦਾ ਕਿ ਓਵਰ ਕੌਨਫੀਡੈਂਟ ਹੋ ਜਾਂਦੇ ਜਾਂ ਕਿਸੇ ਦੀ ਅਣਜਾਣ ਬੰਦੇ ਦੀਆਂ ਗੱਲਾਂ ਵਿੱਚ ਆ ਗਏ ਤੇ ਉਹ ਹਾਈ ਰਿਸਕ ਦਾ ਮਤਲਬ ਹੈ ਕਿ ਮੈਂ ਬੜੀ ਦੁਨੀਆਦਾਰੀ ਦੇਖੀ। ਅੱਜ ਕੋਈ ਰੂਲਸ ਅਲਾਉ ਕਰਦੇ ਆ ਤੁਹਾਨੂੰ, ਲੇਕਿਨ ਕੱਲ ਨੂੰ ਹੋ ਸਕਦਾ ਹੈ ਕਿ ਉਹ ਰੂਲਸ ਇਸ ਤਰ੍ਹਾਂ ਦੇ ਚੇਂਜ ਹੋਣਗੇ ਕਿ 1 ਸਾਲ ਦੀ ਤੁਹਾਡੇ ਵਰਕ ਪਰਮਿਟ ਦੇ ਨਾਲ, ਅੱਜ ਦੇ ਦਿਨ ਵੀ 1 ਸਾਲ ਦੇ ਵਰਕ ਪਰਮਿਟ ਦੇ ਨਾਲ PR ਹੋਣੀ ਬਹੁਤ ਡਿਫਿਕਲਟ। ਲੇਕਿਨ ਮੰਨ ਲਓ ਕਿ ਕਿਸੇ ਰੂਲ ਦੇ ਵਿੱਚ ਹੁੰਦਾ ਵੀ ਹੈ ਤੇ ਰੂਲ ਚੇਂਜ ਰੋਜ਼ ਰੂਲ ਚੇਂਜ ਹੁੰਦੇ ਰਹਿੰਦੇ ਨੇ ਤੇ ਆਪਾਂ ਰਿਸਕ ਕਿਉਂ ਲੈਣਾ? ਆਪਾਂ 3 ਸਾਲ ਦਾ ਵਰਕ ਪਰਮਿਟ ਲਈਏ ਤੇ ਉਸ ਦੇ ਨਾਲ ਬਿਲਕੁਲ ਸੇਫਟੀ ਜ਼ੋਨ ਦੇ ਵਿੱਚ ਬਿਲਕੁਲ ਰਿਸਕ ਖਤਮ ਹੋ ਜਾਏਗਾ। ਕਿਉਂਕਿ ਜਦੋਂ ਰਿਸਕ ਆਉਂਦਾ ਬੱਚੇ ਫਿਰ ਘਬਰਾ ਜਾਂਦੇ ਨੇ। ਹੋਰ ਸਟੂਡੈਂਟ ਹੈਗਾ ਜਿਹੜਾ ਮੇਰੇ 1 ਸਾਲ ਦੇ ਕੋਰਸ ਤੋਂ ਬਾਅਦ 1 ਸਾਲ ਦਾ ਵਰਕ ਪਰਮਿਟ ਲੈ ਲਿਆ ਔਰ ਉਸਦੇ EMPLOYER ਨੇ ਉਹਨੂੰ ਕਿਹਾ ਸੀਗਾ ਕਿ ਜੀ ਮੈਂ ਸਪੋਰਟ ਕਰੂੰਗਾ, ਡੋਂਟ ਵਰੀ, ਤੁਸੀਂ 1 ਸਾਲ ਦਾ ਵਰਕ ਪਰਮਿਟ ਲੈ ਲਓ, ਦੂਜੇ ਸਾਲ ਦੀ ਸਟੱਡੀ ਕਰਨ ਦੀ ਜ਼ਰੂਰਤ ਨਹੀਂ ਹੈ ਤੇ ਮੈਂ ਆਪਣੇ ਹਿਸਾਬ ਦੇ ਨਾਲ ਤੁਹਾਡੀ PR ਕਰਾ ਦੂੰਗਾ। ਹੁਣ ਉਹ ਸਟੂਡੈਂਟ ਮੇਰੇ ਹਾਲਾਂਕਿ ਸਾਡੇ ਥਰੂ ਹੀ ਗਿਆ ਔਰ ਮੇਰੇ ਨੋਨ ਸੀਗੇ ਔਰ ਉਹ ਸਟੂਡੈਂਟ ਹੁਣ ਵਾਰ-ਵਾਰ ਫੋਨ ਕਰਦਾ ਪਿਆ ਜੀ। ਉਹ ਕੰਸਲਟੈਂਟ ਜਿਹੜਾ ਹੈ ਉਹ ਉਸ ਕੰਪਨੀ ਨੇ ਜਿੱਥੇ ਉਹਨਾਂ ਨੇ ਕੰਮ ਕਰਨਾ ਸੀ, ਉਹ EMPLOYER ਜਿਹੜਾ ਹੈਗਾ ਜਿੱਥੇ ਕੰਮ ਕਰਦੇ ਪਏ ਸਟਾਫ ਦੇ ਉੱਪਰ, ਉਹ ਵੀ ਨਹੀਂ ਕੋਆਪਰੇਟ ਕਰਦਾ ਪਿਆ ਔਰ ਉਹਨਾਂ ਨੇ ਕਿਹਾ ਸੀ ਸਾਡੇ ਕੰਸਲਟੈਂਟ ਤੋਂ ਅਪਲਾਈ ਕਰਨੀ PR, ਉਹ ਕੰਸਲਟੈਂਟ ਨੂੰ ਕਾਗਜ਼ ਪੱਤਰ ਦਿੱਤੇ, ਉਹ ਵੀ ਨਹੀਂ ਕੋਆਪਰੇਟ ਕਰਦਾ ਪਿਆ। ਕਹਿੰਦੇ ਜੀ ਤੁਸੀਂ ਹੈਲਪ ਕਰੋ। ਹੁਣ ਇਹੋ ਜਿਹੇ ਮੌਕੇ ਤੇ ਜਦੋਂ EMPLOYER ਵੀ ਕੋਈ ਡਾਕੂਮੈਂਟ ਦੇਣ ਨੂੰ ਤਿਆਰ ਨਹੀਂ ਹੈਗਾ, ਉਹਨਾਂ ਦਾ ਕੰਸਲਟੈਂਟ ਨੇ ਅਪਲਾਈ ਕੀਤਾ ਨਹੀਂ ਕੀਤਾ, ਕਿਹੜੀ ਕੈਟੇਗਰੀ ਕਿਸ ਤਰੀਕੇ ਨਾਲ ਅਪਲਾਈ ਕੀਤਾ, ਉਸ ਤੋਂ ਖੋ ਕੇ ਸਾਰਾ ਕੁਝ ਅਸੀਂ ਵੀ ਨਹੀਂ ਲੈ ਸਕਦੇ ਔਰ ਹਰ ਚੀਜ਼ ਦਾ ਇੱਕ ਤਰੀਕਾ ਹੈਗਾ।
ਸੋ ਉਹ ਜਿਹੜਾ ਰਿਸਕ ਦੇ ਵਿੱਚ ਆ ਜਾਂਦੇ ਨੇ ਇਹੋ ਜਿਹੇ ਸਟੂਡੈਂਟਸ। ਜਿਹੜੇ ਸਟੂਡੈਂਟ ਨੇ ਜਾਂ ਕੋਈ ਵੀ ਇਹ ਧਿਆਨ ਰੱਖਣ, ਮੇਰੀ ਪਰਸਨਲ ਸਲਾਹ ਇਹ ਕਿ ਕੰਸਲਟੈਂਟ ਅਗਰ ਓਨੈਸਟ ਸਿੰਸੀਅਰ ਹੈਗਾ ਸਾਡੇ ਵਰਗਾ, ਤੇ ਸਾਡੀ ਜਿਹੜਾ ਕੰਪਨੀ 2003 ਤੋਂ ICCRC ਮੈਂਬਰ, ਕੈਨੇਡਾ ਐਮਬੈਸੀ ਦੀ ਵੈਬਸਾਈਟ ਤੇ ਨਾਮ 2003 100% ਓਨੈਸਟ ਟ੍ਰਾਂਸਪੇਰੈਂਸੀ ਕੇਅਰ ਐਕਸਪਰਟਿਜ਼, ਉਹ ਜਿਹੜਾ ਮੇਰੇ ਵਰਗਾ ਕੰਸਲਟੈਂਟ 2003 ਤੋਂ ਅਸੀਂ ਕਰਦੇ ਪਏ ਹਾਂ, ਉਸ ਦੀ ਬਰਾਬਰੀ ਨੌਲੇਜ ਦੀ ਔਰ ਐਕਸਪੀਰੀਅੰਸ ਦੀ ਇੱਕ ਡਿਫਿਕਲਟ ਟਾਸਕ ਹੈਗਾ। ਦੇ ਸ਼ੁੱਡ ਜਿਹੜਾ ਹੈ ਉਸ ਸਲਾਹ ਨੂੰ ਮੰਨ ਕੇ ਧਿਆਨ ਦੇਣਾ ਚਾਹੀਦਾ ਜੀ। ਜੀ, ਚਲੋ ਤੁਸੀਂ ਪ੍ਰੋਗਰਾਮਸ ਦੀ ਵੀ ਗੱਲ ਕੀਤੀ ਹੈ। ਅੱਛਾ, ਬੜੇ ਸਟੂਡੈਂਟ ਜਿਨ੍ਹਾਂ ਦੀ ਤਾਂ ਆਈ ਮਸਟ ਸੇ ਵੀ ਪੜ੍ਹਾਈ ਇੱਥੇ ਵੀ ਪੂਰੀ ਹੋ ਚੁੱਕੀ ਹੈ, ਫਿਰ ਉਹ ਚਾਹੇ 1 ਸਾਲ ਦਾ ਜਿਨ੍ਹਾਂ ਨੇ ਪ੍ਰੋਗਰਾਮ ਲਿੱਤਾ ਸੀ ਜਾਂ 2 ਵਾਲਿਆਂ ਦਾ ਵੀ ਬਹੁਤ ਜਲਦੀ ਹੁਣ ਸੈਪਟੈਂਬਰ ਦੇ ਵਿੱਚ ਜਾਂ ਫਿਰ ਇਸ ਦਸੰਬਰ ਇਸ ਸਾਲ ਕੰਪਲੀਟ ਹੋ ਜਾਏਗਾ ਇੱਥੇ ਰਹਿ ਕੇ ਹੀ। ਬਿਲਕੁਲ, ਦੇਖੋ ਕਵਿਤਾ ਜੀ, ਤੁਹਾਨੂੰ ਪਤਾ ਹੋਣਾ ਕਿ ਕੈਨੇਡਾ ਐਮਬੈਸੀ ਔਰ ਕੈਨੇਡਾ ਗਵਰਨਮੈਂਟ ਨੇ ਬਹੁਤ ਹੀ ਜ਼ਿਆਦਾ ਕੋਆਪਰੇਸ਼ਨ ਕਰਦੇ ਹੋਏ ਕੈਨੇਡਾ ਦੇ ਵਿੱਚ ਜਾਂ ਕੈਨੇਡਾ ਤੋਂ ਬਾਹਰ ਬੈਠ ਕੇ ਆਨਲਾਈਨ ਸਟੱਡੀ ਕੀਤੀ ਹੋਵੇ, ਜਿਨ੍ਹਾਂ ਨੇ ਉਸ ਸਟੱਡੀ ਨੂੰ ਪਹਿਲਾਂ ਕੋਵਿਡ ਤੋਂ ਪਹਿਲਾਂ ਵੈਲਿਡ ਨਹੀਂ ਮੰਨਿਆ ਜਾਂਦਾ ਸੀਗਾ, ਲੇਕਿਨ ਕੋਵਿਡ ਨੂੰ ਦੇ ਕਰਕੇ ਕੋਆਪਰੇਟ ਕਰਕੇ ਇਹਨਾਂ ਨੇ ਪਾਲਿਸੀ ਕੱਢੀ ਸੀ ਸਪੈਸ਼ਲ ਕਿ ਆਨਲਾਈਨ ਸਾਰੀ ਸਟੱਡੀ 100% ਵੀ ਭਾਵੇਂ ਕੀਤੀ ਹੋਵੇ ਉਸ ਨੂੰ ਵੈਲਿਡ ਮੰਨਿਆ ਜਾਏਗਾ ਪੋਸਟ ਗ੍ਰੈਜੂਏਟ ਵਰਕ ਪਰਮਿਟ ਵਾਸਤੇ। ਸੋ ਜਿਹੜੇ 1 ਸਾਲ ਦਾ ਜਿਹੜਾ ਕੋਰਸ ਕੀਤਾ ਉਹਨਾਂ ਨੂੰ ਮੇਰੀ ਸਲਾਹ ਹੈਗੀ ਹੈ ਕਿ 1 ਸਾਲ ਦਾ ਹੋਰ ਲੈ ਕੇ ਉਹਨਾਂ ਨੂੰ ਵੀਜ਼ਾ ਜਿਹੜਾ ਹੈਗਾ ਵਧਾ ਲੈਣਾ ਚਾਹੀਦਾ ਹੈਗਾ। ਔਰ ਜਿਨ੍ਹਾਂ ਨੇ 2 ਸਾਲ ਦਾ ਕੋਰਸ ਕੀਤਾ, ਆਫ ਕੋਰਸ ਉਹ ਜਿਹੜੇ ਨੇ ਉਹਨਾਂ ਦੀ ਸਾਰੀ ਸਟੱਡੀ ਵੈਲਿਡ ਹੈਗੀ, ਪੋਸਟ ਗ੍ਰੈਜੂਏਟ ਵਰਕ ਪਰਮਿਟ ਮਿਲੇਗਾ। ਔਰ ਰੱਬ ਸ਼ੁਕਰ ਰੱਖੇ 31 ਜੁਲਾਈ ਤੋਂ ਬਾਅਦ ਜਿੱਦਾਂ ਹੀ ਫਲਾਈਟਾਂ ਸ਼ੁਰੂ ਹੁੰਦੀਆਂ ਨੇ, ਲੇਕਿਨ ਇਹ ਸਾਰੇ ਭਾਵੇਂ ਸਟੱਡੀ ਵੀਜ਼ਾ ਤੇ ਨਹੀਂ, ਭਾਵੇਂ ਪੋਸਟ ਗ੍ਰੈਜੂਏਟ ਵਰਕ ਪਰਮਿਟ ਤੇ ਨਹੀਂ, ਹੁਣ ਇਹਨਾਂ ਨੂੰ ਛੇਤੀ ਤੋਂ ਛੇਤੀ ਕੈਨੇਡਾ ਚਲੇ ਜਾਣਾ ਚਾਹੀਦਾ ਹੈਗਾ। ਉੱਥੇ ਕਾਫੀ ਜ਼ਿਆਦਾ ਵੈਕਸੀਨੇਸ਼ਨ ਲੱਗ ਚੁੱਕੀ ਹੈ। ਔਰ ਕਵਿਤਾ ਜੀ, ਬੜੀ ਅੱਛੀ ਖਬਰ ਹੈਗੀ ਹੈ, ਬਹੁਤ ਹੀ ਖੁਸ਼ਖਬਰੀ ਹੈਗੀ ਹੈ। ਈਵਨ ਕਿ ਮੈਂ ਪਿਛਲੀ ਵਾਰ ਵੀ ਗੱਲ ਕੀਤੀ ਸੀ ਇੱਕ ਵਾਰੀ ਇੱਕ ਸੈਸ਼ਨ ਦੇ ਵਿੱਚ ਆਪਣੇ ਨਾਲ CNC ਕਾਲਜ ਦੇ ਨਾਲ, ਜਿਹੜਾ ਕਾਲਜ ਆਫ ਨਿਊ ਕੈਲੇਡੋਨੀਆ ਦੀ ਹੈੱਡ ਦੇ ਨਾਲ ਮੇਰੀ ਮੀਟਿੰਗ ਸੀਗੀ, ਤੇ ਉਹਨਾਂ ਨੇ ਉਦੋਂ ਕਿਹਾ ਸੀਗਾ। ਔਰ ਕੱਲ ਸਾਨੂੰ ਜਿਹੜੀ ਇੱਕ ਈਮੇਲ ਆਈ ਹੈਗੀ ਹੈ ਕੋਲੰਬੀਆ ਕਾਲਜ ਤੋਂ ਕਿ BC ਜਿਹੜੀ ਹੈ ਬ੍ਰਿਟਿਸ਼ ਕੋਲੰਬੀਆ ਗਵਰਨਮੈਂਟ ਨੇ ਸਟ੍ਰਿਕਟਲੀ ਇਹ ਗੱਲ ਕਹੀ ਹੈਗੀ ਹੈ ਕਿ ਹਰ ਹਾਲਤ ਵਿੱਚ ਅਸੀਂ ਸਤੰਬਰ ਦੇ ਵਿੱਚ ਇਨ ਪਰਸਨ ਕਲਾਸਿਸ ਸ਼ੁਰੂ ਕਰਾਂਗੇ, ਕਿਉਂਕਿ ਜ਼ਿਆਦਾਤਰ ਲੋਕਾਂ ਨੂੰ ਵੈਕਸੀਨੇਸ਼ਨ ਲੱਗ ਚੁੱਕੀ ਹੈ ਜਾਂ ਬਹੁਤ ਹਾਈ ਸਪੀਡ ਨਾਲ ਲੱਗਦੀ ਪਈ ਹੈਗੀ ਹੈ। ਔਰ ਪ੍ਰੀਕੌਸ਼ਨ ਔਰ ਸਾਰੀਆਂ ਚੀਜ਼ਾਂ ਦੇ ਕਿ ਉਹਨਾਂ ਨੂੰ ਇਸ ਗੱਲ ਦਾ ਹੈਗਾ ਕਿ ਇੰਨਾ ਚਿਰ ਹੋ ਗਿਆ ਬੰਦ ਹੋਏ ਨੂੰ, ਉਸ ਦੇ ਨਾਲ ਵੀ ਲੋਕਾਂ ਦੀ ਸਿਹਤ ਔਰ ਦਿਮਾਗ ਔਰ ਜਿਹੜੀ ਇਕਨੋਮੀ ਔਰ ਹਰ ਚੀਜ਼ ਦੇ ਬੈਡ ਇਫੈਕਟ ਹੁੰਦਾ ਪਿਆ ਹੈਗਾ। ਸੋ ਇਹ ਜ਼ਿਆਦਾ ਚਾਂਸਿਸ ਹੈਗੇ ਨੇ ਇਨ ਪਰਸਨ ਕਲਾਸਿਸ ਸ਼ੁਰੂ ਹੋਣ ਦੇ, ਵਿਚ ਇਜ਼ ਅ ਵੈਰੀ ਗੁੱਡ ਸਾਈਨ ਐਂਡ ਸਟੂਡੈਂਟਸ ਨੂੰ ਜਾਣਾ ਚਾਹੀਦਾ ਕੈਨੇਡਾ ਜੀ। ਸੋ ਰਵੀ ਸਰ, ਜਾਣ ਤੋਂ ਪਹਿਲਾਂ ਇੱਕ ਵਾਰੀ ਮੈਂ ਹੁਣ ਜਿਹੜੇ ਰਿਫਿਊਜ਼ਲ ਵਾਲੇ ਸਟੂਡੈਂਟਸ ਨੇ ਉਹਨਾਂ ਦੀ ਗੱਲ ਜ਼ਰੂਰ ਕਰਾਂਗੇ ਜੀ। ਸੋ ਕੈਨੇਡਾ ਦੇ ਵਿੱਚ ਹੁਣ ਕੀ ਸਕੋਪ ਨਜ਼ਰ ਆ ਰਿਹਾ ਹੈ ਰਿਫਿਊਜ਼ਲ ਵਾਲੇ ਜਿਹੜੇ ਸਟੂਡੈਂਟਸ ਹੈਗੇ ਨੇ, ਦੁਬਾਰਾ ਉਹਨਾਂ ਨੇ ਰੀਅਪਲਾਈ ਕੀਤਾ ਹੋਇਆ ਜਾਂ ਜਿਨ੍ਹਾਂ ਨੇ ਕਰਨਾ ਹੈਗਾ? ਬਿਲਕੁਲ ਕਵਿਤਾ ਜੀ, ਦੇਖੋ ਪਹਿਲਾਂ ਤੋਂ ਹੀ ਅੱਛੀ ਗੱਲ ਇਹ ਹੈ ਕਿ ਬੜੇ ਚਿਰ ਦੀ ਗੱਲਾਂ ਚੱਲਦੀਆਂ ਨੇ, ਕਦੇ ਵੀ ਜਿਹੜਾ ਬਾਕੀ ਕੰਟਰੀਜ਼ ਜਿਹੜੇ ਨੇ ਸਟੂਡੈਂਟ ਇੱਕ ਵਾਰੀ ਰਿਫਿਊਜ਼ਲ ਹੋ ਜਾਵੇ ਤੇ ਥੋੜੀ ਦਿੱਕਤ ਹੁੰਦੀ ਹੈ ਵੀਜ਼ਾ ਲੈਣ ਦੇ ਵਿੱਚ, ਲੇਕਿਨ ਕੈਨੇਡਾ ਵਿੱਚ ਵਾਈਡ ਓਪਨ ਦਾ ਮਤਲਬ ਇਹ ਕਿ ਇਹਨਾਂ ਦੇ ਟਾਰਗੇਟਸ ਵੀ ਪੂਰੇ ਨਹੀਂ ਹੋਏ ਇਮੀਗ੍ਰੈਂਟਸ ਦੇ 2020 ਔਰ 21 ਦੇ ਵਿੱਚ ਵੀ ਉਹਨੇ ਲੋਕ ਬਾਹਰੋਂ ਨਹੀਂ ਜਾ ਸਕੇ ਇਮੀਗ੍ਰੈਂਟ। PR ਦੀ ਵੀ ਇਹਨਾਂ ਨੇ ਕੈਟਾਗਰੀਜ਼ ਨੂੰ ਖੋਲ੍ਹਿਆ ਹੀ ਨਹੀਂ ਐਕਸਪ੍ਰੈਸ ਐਂਟਰੀ ਦੇ ਵਿੱਚ, ਜਿਹੜੇ ਆਊਟਸਾਈਡ ਕੈਨੇਡਾ ਇਨਸਾਈਡ ਕੈਨੇਡਾ ਵਾਲਿਆਂ ਦੀ ਲਈ ਜਿਹੜੀ ਐਪਲੀਕੇਸ਼ਨਸ ਔਰ ਬਾਹਰੋਂ ਨਹੀਂ ਲਈਆਂ। ਇਹਨਾਂ ਕਰਕੇ ਇਮੀਗ੍ਰੈਂਟਸ ਦਾ ਜਿਹੜਾ ਇਹਨਾਂ ਦਾ ਕੋਟਾ ਸੀ ਉਹ ਪੂਰਾ ਨਹੀਂ ਹੋਇਆ ਔਰ ਹਾਈ ਵੀਜ਼ਾ ਚਾਂਸਿਸ ਹੈਗੇ ਨੇ। ਔਰ ਈਵਨ ਕਿ ਜਿਹੜੇ ਰਿਫਿਊਜ਼ਡ ਕੇਸਿਸ ਨੇ ਉਹਨਾਂ ਦੇ ਵਿੱਚ ਜਿਹੜੀਆਂ ਗਲਤੀਆਂ ਅਗਰ ਹੈਗੀਆਂ ਨੇ, ਜਿਸ ਤਰ੍ਹਾਂ ਕਿ ਗ੍ਰੈਜੂਏਟਸ ਨੂੰ ਪੋਸਟ ਸੈਕੰਡਰੀ ਪ੍ਰੋਗਰਾਮ ਦੇ ਦਿੱਤਾ, ਇੱਕ ਬੜੀ ਬਲੰਡਰ ਜੀ ਮਿਸਟੇਕ ਹੈਗੀ ਹੈ, ਗਲਤੀ ਹੈਗੀ ਹੈ। ਅਸੀਂ ਕਦੇ ਵੀ ਕਿਸੇ ਗ੍ਰੈਜੂਏਟ ਨੂੰ ਜਿਹੜਾ ਪੋਸਟ ਸੈਕੰਡਰੀ ਨਹੀਂ ਦਿੱਤਾ, ਪੋਸਟ ਗ੍ਰੈਜੂਏਟ ਪ੍ਰੋਗਰਾਮ ਦੇਣਾ ਚਾਹੀਦਾ। ਇਸੇ ਤਰੀਕੇ ਨਾਲ ਨੰਬਰਾਂ ਨੂੰ ਦੇਖਦੇ ਹੋਏ, ਸਬਜੈਕਟਸ ਨੂੰ ਦੇਖਦੇ ਹੋਏ, ਗੈਪ ਨੂੰ ਦੇਖਦੇ ਹੋਏ, ਬੜੀਆਂ ਸਾਰੀਆਂ ਚੀਜ਼ਾਂ ਨੂੰ ਦੇਖਦੇ ਹੋਏ। ਔਰ ਦੇਖੋ ਬੜੇ ਸਾਰੇ ਛੋਟੇ ਛੋਟੇ ਲਿਖੂ ਨੇ ESL ਨਹੀਂ ਲੱਗਣਾ, ਔਰ ਇੰਡੀਆ ਤੋਂ ESL ਦੇ ਵਿੱਚ ਵੀਜ਼ਾ ਨਹੀਂ ਲੱਗਦਾ। ਆਈਲੈਟਸ ਬੈਂਡ ਦੀ ਰਿਕੁਆਇਰਮੈਂਟ ਪੂਰੀ ਹੋਣੀ ਚਾਹੀਦੀ ਹੈ ਆਪਣੇ ਪ੍ਰੋਗਰਾਮ ਵਾਸਤੇ, ਔਰ ਕੰਡੀਸ਼ਨਲ ਆਫਰ ਲੈਟਰ ਨਹੀਂ ਹੋਣੀ ਚਾਹੀਦੀ, ਅਨਕੰਡੀਸ਼ਨਲ ਹੋਣੀ ਚਾਹੀਦੀ ਹੈ। ਸੋ ਇਹ ਗਲਤੀਆਂ ਨੂੰ ਠੀਕ ਕਰਕੇ ਦੁਬਾਰਾ ਲਾਵਾਂਗੇ ਧਿਆਨ ਨਾਲ, ਤੇ ਜ਼ਿਆਦਾਤਰ ਕੇਸਿਸ ਦਾ ਵੀਜ਼ਾ ਲੱਗਦਾ, ਕੋਈ ਚਿੰਤਾ ਕਰਨੀ ਨਹੀਂ। ਵੈਲਕਮ। ਔਰ ਇੱਕ ਚੀਜ਼ ਅੱਛੀ ਹੋਰ ਕਿ ਆਫਿਸਿਸ ਖੁੱਲ ਚੁੱਕੇ ਨੇ ਸਾਰੇ, ਤੇ ਆਨਲਾਈਨ ਫੋਨ ਤੇ ਵਰਚੁਅਲ ਵੀਡੀਓ ਕਾਲਿੰਗ ਦੇ ਜਰੀਏ ਲੈ ਸਕਦੇ ਨੇ, ਔਰ ਪਰਸਨਲੀ ਵੀ ਸਾਰੇ ਆਫਿਸਿਸ ਦੇ ਵਿੱਚ ਜਾ ਕੇ ਕੰਸਲਟ ਕਰ ਸਕਦੇ ਨੇ। ਵੈਲਕਮ ਜੀ। ਸੋ ਥੈਂਕ ਯੂ ਸੋ ਮਚ ਰਵੀ ਸਰ ਫॉर ਬੀਇੰਗ ਵਿਦ ਅਸ ਜੀ। ਤੁਸੀਂ ਅੱਜ ਇੱਕ ਵਾਰ ਫਿਰ ਤੋਂ ਕਾਫੀ ਇਨਫੋਰਮੇਸ਼ਨ ਜਿਹੜੀ ਹੈ ਜੀ ਸਾਡੇ ਸਟੂਡੈਂਟਸ ਨੂੰ ਪ੍ਰੋਵਾਈਡ ਕੀਤੀ, ਜੋ ਵੀ ਅਪਡੇਟਸ ਹੈਗੀਆਂ ਨੇ ਉਹਦੇ ਵਾਸਤੇ ਬਹੁਤ ਬਹੁਤ ਸ਼ੁਕਰੀਆ। ਬਹੁਤ ਬਹੁਤ ਧੰਨਵਾਦ, ਸ਼ੁਕਰੀਆ ਜੀ।
ਸੋ ਇਸੇ ਦੇ ਨਾਲ ਜੀ ਹੁਣ ਦਿਓ ਇਜਾਜ਼ਤ ਤੇ ਜਿੱਦਾਂ ਹੀ ਕੋਈ ਹੋਰ ਅਪਡੇਟ ਵੀ ਆਏਗੀ ਨਾ ਅਸੀਂ ਨਾਲ ਦੇ ਨਾਲ ਤੁਹਾਡੇ ਤੱਕ ਪਹੁੰਚਾਉਂਦੇ ਰਹਾਂਗੇ ਜੀ ਦੇਸ਼ ਪਰਦੇਸ ਲਈ ਤੇ ਸਾਡੇ ਇਸ ਮਾਧਿਅਮ ਦੇ ਰਾਹੀਂ। ਸੋ ਅਪਡੇਟ ਰਿਹਾ ਕਰੋ ਜੀ, ਨਾਲ ਹੀ ਫੋਲੋ ਕਰਦੇ ਰਿਹਾ ਕਰੋ ਸਾਡੇ YouTube ਚੈਨਲ ਨੂੰ ਵੀ। ਤੇ ਨੈਕਸਟ ਟਾਈਮ ਫਿਰ ਮੁਲਾਕਾਤ ਕਰਦੇ ਹਾਂ, ਤਦ ਤੱਕ ਆਪਣਾ ਖਿਆਲ ਰੱਖੋ। ਥੈਂਕ ਯੂ ਸੋ ਮਚ।